ਚਿਤਵ ਨਹੀਂ ਮੰਨਦੀ, ਬਿਨਾਂ ਜ਼ਬਾਨ ਖੋਲ੍ਹੇ ਮਹਾਂਪੁਰਖਾਂ ਦੀ ਮਿਹਰ ਦੀ ਦ੍ਰਿਸ਼ਟੀ ਨਾਲ ਪ੍ਰਤੱਖ ਦ੍ਰਿਸ਼ਟਾਂ ਦਿਖਾਵੇ ਪੂਰਬਲੇ ਸ਼ੁਭ ਕਰਮਾਂ ਦੀ ਝਲਕ ਹੈ। ਪ੍ਰਤੱਖ ਵੇਖ ਕੇ ਵੀ ਦੁਨਿਆਵੀ ਤਰਾਜੂ ਦੇ ਮੋਹ ਮਾਇਆ ਦਾ ਪਲੜਾ ਫਿਰ ਵੀ ਸਿਮਰਨ ਦੇ ਪਲੜੇ ਤੋਂ ਭਾਰੂ ਰਹਿੰਦਾ ਹੈ। ਜਿਸ ਨੇ ਸੂਰਜ ਦੀ ਰੌਸ਼ਨੀ ਦਾਨ ਵਿੱਚ ਦਿੱਤੀ, ਜਲ ਹਵਾ ਦਾਨ ਵਿੱਚ ਦਿੱਤੀ, ਰਿਜ਼ਕ ਜਨਮ ਤੋਂ ਪਹਿਲਾਂ ਦਿੱਤਾ, ਬਨਸਪਤੀ ਦਿੱਤੀ, ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਪ੍ਰਕਿਰਤਿਕ ਸਾਧਨ ਦਾਨ ਵਿੱਚ ਆਏ, ਪਰ ਇਨਸਾਨ ਨੇ ਉਹਦੀ ਕੀਮਤ ਪਾਈ, ਸਿਮਰਨ ਕੀਤਾ, ਉਹ ਵੀ ਮੁੱਲ ਮਾਇਆ ਵਿੱਚ ਪਾਇਆ। ਤੁਸੀਂ ਮਾਇਆ ਲਈ ਜੰਗਾਂ ਲੜੀਆਂ, ਪਰ ਪਰਮੇਸ਼ਰ ਨੇ ਸਭ ਦਾਨ ਦੇਣ ਤੋਂ ਮੂੰਹ ਵੀ ਨਹੀਂ ਮੋੜਿਆ। ਅੱਜ ਅਸੀਂ ਉਸ ਦਾਨੀ ਦੇ ਦਾਨ ਦੀਆਂ ਕੀਮਤਾਂ ਪਾ ਰਹੇ ਹਾਂ। ਜੇ ਖੁਦਾ ਆਪਣੇ ਦਿੱਤੇ ਨੂੰ ਵਾਪਸ ਲਵੇ ਤਾਂ ਵਿਲਾਪ ਕਰਦੇ ਹਾਂ, ਉਹਨੂੰ ਕੋਸਦੇ ਹਾਂ। ਸੋ ਹੁਣ ਇਹ ਬਚਨ ਪ੍ਰਤੱਖ ਹੈ। ਹੁਣ 7 ਲੱਖ ਇੱਟ ਸਰੋਵਰ ਦੀ ਨੀਂਹ ਵਿੱਚ ਹੀ ਪੈ ਗਈ ਹੈ। ਨਾਨਕ ਚੰਦ ਸਮਝ ਗਿਆ ਕਿ ਇਹ ਬਚਨ ਪੱਥਰਾਏ ਹੈ। ਉਹ ਨਮਸਕਾਰ ਕਰਕੇ ਉੱਥੋਂ ਵਾਪਸ ਹੋ ਗਿਆ। ਰਸਤੇ ਵਿੱਚ ਜਾਂਦੇ ਖਿਆਲ ਆਵੇ ਕਿ ਮੇਰਾ ਨਾਂ ਨਹੀਂ ਜਾਣਦੇ। ਮਨ ਵਿੱਚ ਅਰਦਾਸ ਕੀਤੀ, ਉਹ ਵੀ ਸਮਝ ਗਏ ਇਹ ਤਾਂ ਪੂਰਨ ਸਾਧੂ ਮਹਾਤਮਾ ਹਨ। ਘਰ ਪਹੁੰਚ ਕੇ ਸੇਠਾਣੀ ਨਾਲ ਗੱਲ ਕੀਤੀ, ਉਹਨੂੰ ਸਾਰੀ ਹੱਡ ਬੀਤੀ ਸੁਣਾਈ। ਅੱਗੋਂ ਉਹਨੇ ਕਿਹਾ, ਇਹੋ ਜਿਹੇ ਮਹਾਤਮਾ ਪਾਸੋਂ ਮੰਗਣ ਵਾਲੀ ਚੀਜ਼ ਮੰਗ। ਇਹ ਘਾਟੇ ਵਾਧੇ ਕਿਸ ਵਾਸਤੇ ਹਨ? ਆਪਣੇ ਘਰ ਕੋਈ ਬੱਚਾ ਨਹੀਂ, ਬੱਚੇ ਦੀ ਮੰਗ ਕਰੀਏ। ਅਗਲੇ ਦਿਨ ਸੇਠ ਤੇ ਸੇਠਾਣੀ ਦੋਵੇਂ ਬਾਬਾ ਜੀ ਦੇ ਦੁਆਰੇ ਪਹੁੰਚ ਗਏ। ਆਗਿਆ ਲੈ ਕੇ ਟਿੱਲਾ ਸਾਹਿਬ ਉੱਪਰ ਬਾਬਾ ਜੀ ਕੋਲ ਪਹੁੰਚੇ, ਨਮਸਕਾਰ ਕੀਤੀ ਤੇ ਬੈਠ ਗਏ। ਬਾਬਾ ਜੀ ਨੇ ਮਰਿਆਦਾ ਅਨੁਸਾਰ ਜਾਤ ਗੋਤ ਆਦਿ ਸਭ ਕੁਝ ਪੁੱਛਿਆ। ਫਿਰ ਹੁਕਮ ਹੋਇਆ, ਦੱਸੋ ਦਰਸ਼ਨ ਕਿ ਪ੍ਰਸ਼ਨ? ਸੇਠ ਸਠਾਣੀ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਘਰ ਕੋਈ ਬੱਚਾ ਨਹੀਂ ਹੈ, ਕਿਰਪਾ ਕਰੋ। ਸਾਡੇ ਰੂਹ ਦਾ ਕਾਰਖਾਨਾ ਹੈ, ਮਾਇਆ ਦੀ ਕੋਈ ਕਮੀ ਨਹੀਂ ਹੈ। ਹਜੂਰ ਹੱਸ ਕੇ ਕਹਿਣ ਲੱਗੇ, ਜੇ ਮਾਇਆ ਬਹੁਤ ਹੈ ਤਾਂ ਅਸੀਂ ਵੀ ਮੁੰਡਾ ਮੁੱਲ ਦੇਵਾਂਗੇ, 10,000 ਰੁਪਈਆ ਲੱਗੇਗਾ। ਸੇਠਾਣੀ ਨੇ ਕਿਹਾ, ਮਨਜ਼ੂਰ ਹੈ ਜੀ। ਚੰਗਾ, ਫਿਰ ਸਾਲ ਤੋਂ ਅੰਦਰ ਹੋ ਜਾਏਗਾ। ਸਾਡੀ ਨਿਸ਼ਾਨੀ ਹੋਏਗੀ ਕਿ ਉਹ ਸ਼ਾਂਗਾ ਹੋਏਗਾ, ਹੱਥਾਂ ਦੀਆਂ 6 ਉਂਗਲਾਂ। ਬਾਬਾ ਜੀ ਨੇ ਬਚਨ ਕੀਤਾ, ਆਗਿਆ ਲੈ ਕੇ ਰਾਮਪੁਰੇ ਚਲੇ ਗਏ। ਬਚਨ ਪ੍ਰਤੱਖ ਹੋਇਆ, ਸਾਲ ਦੇ ਅੰਦਰ ਸ਼ਾਂਗਾ ਮੁੰਡਾ ਪੈਦਾ ਹੋ ਗਿਆ। 2 ਕੁ ਮਹੀਨੇ ਬਾਅਦ ਸੇਠ ਬਾਬਾ ਜੀ ਦੇ ਦਰ 'ਤੇ ਪੁੱਛੋ ਆਇਆ। ਨਮਸਕਾਰ ਕਰਕੇ ਬਾਬਾ ਜੀ ਅੱਗੇ 5,000 ਰੁਪਏ ਰੱਖ ਦਿੱਤੇ। ਹਜੂਰ ਨੇ ਬਚਨ ਕੀਤਾ, ਅਸੀਂ ਤਾਂ 10,000 ਰੁਪਏ ਵਿੱਚ ਮੁੰਡਾ ਦਿੱਤਾ ਸੀ, ਤੂੰ 5,000 ਹੀ ਦਿੰਨਾ। ਸੇਠ ਨੇ ਉੱਤਰ ਦਿੱਤਾ, ਮਹਾਰਾਜ 5,000 ਹੀ ਬਹੁਤ ਹੈ, ਮੈਨੂੰ ਕਾਰਖਾਨੇ ਵਿੱਚ ਘਾਟਾ ਪਿਆ ਹੋਇਆ ਹੈ। ਸੇਠ ਪੈਸੇ ਰੱਖ ਕੇ ਨਮਸਕਾਰ ਕਰਕੇ ਤੁਰ ਗਿਆ। ਅਗਲੇ ਦਿਨ ਬਾਬਾ ਜੀ ਨੇ ਸੇਵਕ ਨੀਲਾ ਸਿੰਘ ਨੂੰ ਬੁਲਾਇਆ। ਉਹ ਹਾਜ਼ਰ ਹੋ ਗਿਆ। ਹਜੂਰ ਨੇ ਹੁਕਮ ਕੀਤਾ, ਨੀਲਾ ਸਿੰਘ ਇਹ 5,000 ਰੁਪਏ ਦੇ ਨਾਲ 5 ਰੁਪਏ ਵਿਆਜ ਦੇ ਪਾ ਲੈ। ਇਹ ਸਾਰੀ ਰਕਮ ਰਾਮਪੁਰੇ ਦੇ ਕੇ ਆਉਣੀ ਹੈ। ਨਾਨਕ ਚੰਦ ਸੇਠ ਦਾ ਘਰ ਪੁੱਛ ਕੇ ਚਲਾ ਜਾਈ। ਤੇਰੇ ਜਾਣ ਵੇਲੇ ਸੇਠਾਣੀ ਭਾਂਡੇ ਮਾਂਜਦੀ ਹੋਏਗੀ। ਇਹ ਰੁਪਈਏ ਤੇ ਵਿਆਜ ਉਹਦੇ ਅੱਗੇ ਰੱਖ ਦੇਣੇ ਤੇ ਉਹਨੂੰ ਕਹਿਣਾ ਕਿ ਸੇਠ ਲੈ ਕੇ ਗਿਆ ਸੀ, ਇਹ 5,000 ਹਨ, ਪਰ ਕੀਤੇ 10,000 ਸਨ। ਇਹ ਬਾਬਾ ਜੀ ਨੇ ਵਿਆਜ ਸਮੇਤ ਮੋੜ ਦਿੱਤੇ ਹਨ, ਤੁਸੀਂ ਸਾਡੀ ਚੀਜ਼ ਸਾਨੂੰ ਮੋੜ ਦਿਓ। ਨੀਲਾ ਸਿੰਘ ਰਕਮ ਲੈ ਕੇ ਰਾਮਪੁਰੇ ਪਹੁੰਚ ਗਿਆ। ਘਰ ਪੁੱਛ ਕੇ ਗਿਆ, ਸੇਠਾਣੀ ਭਾਂਡੇ ਮਾਂਜ ਰਹੀ ਸੀ। ਇਹਨੇ ਪੈਸੇ ਉਹਦੇ ਅੱਗੇ ਰੱਖ ਕੇ ਬਾਬਾ ਜੀ ਦਾ ਬਚਨ ਸੁਣਾ ਦਿੱਤਾ। ਉਹ ਬਚਨ ਸੁਣ ਕੇ ਘਬਰਾ ਗਈ, ਕਿਧਰੇ ਮੁੰਡੇ ਨੂੰ ਕੁਝ ਹੋ ਨਾ ਜਾਏ। ਉਹ ਲਿਬੜੇ ਹੱਥਾਂ ਨਾਲ ਹੀ ਕਾਰਖਾਨੇ ਭੱਜ ਗਈ। ਕਾਰਖਾਨੇ ਪਹੁੰਚ ਕੇ ਸੇਠ ਨਾਲ ਲੜਨ ਲੱਗੀ ਕਿ ਤੂੰ ਪੈਸੇ ਘੱਟ ਦੇ ਕੇ ਆਇਆ। ਬਾਬਾ ਜੀ ਮੁੰਡਾ ਵਾਪਸ ਮੰਗਦੇ ਹਨ। ਸੇਠ ਡਰਦਾ ਉਸ ਸਮੇਂ ਸੇਠਾਣੀ ਤੇ ਮੁੰਡੇ ਨੂੰ ਲੈ ਕੇ ਭੱਜਿਆ। 10,000 ਰੁਪਈਏ ਵੀ ਨਾਲ ਲੈ ਕੇ ਆਇਆ। ਨੀਲਾ ਸਿੰਘ ਤੋਂ ਕੁਝ ਸਮਾਂ ਬਾਅਦ ਹੀ ਡੇਰੇ ਪਹੁੰਚ ਗਿਆ ਤੇ ਆਪਣੇ ਕੀਤੇ ਦਾ ਪਛਤਾਪ ਕਰਨ ਲੱਗਾ। ਬਾਬਾ ਜੀ ਅੱਗੇ 10,000 ਰੁਪਈਏ ਰੱਖ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਮੁਆਫ ਕਰ ਦਿਓ, ਮੇਰੇ ਕੋਲੋਂ ਗਲਤੀ ਹੋ ਗਈ ਹੈ, ਕਿਰਪਾ ਕਰੋ, ਮੁੰਡੇ ਨੂੰ ਕੁਝ ਨਾ ਹੋਵੇ, ਮੈਂ ਕਿਸੇ ਪਾਸੇ ਦਾ ਨਹੀਂ ਰਹਾਂਗਾ। ਬਾਬਾ ਜੀ ਨੇ ਹੱਸ ਕੇ ਬਚਨ ਕੀਤਾ, ਮੁੰਡੇ ਨੂੰ ਕੁਝ ਨਹੀਂ ਹੁੰਦਾ, ਅਸੀਂ ਤਾਂ ਤੇਰੀ ਪ੍ਰੀਖਿਆ ਲੈ ਰਹੇ ਸੀ। ਇਹ 10,000 ਰੁਪਈਏ ਲੈ ਜਾ, ਅਸੀਂ ਫਕੀਰਾਂ ਨੇ ਇਹ ਮਾਇਆ ਕੀ ਕਰਨੀ ਹੈ। ਸੇਠ ਤੇ ਸੇਠਾਣੀ ਦਾ ਦਿਲ ਥਾਏ ਆਇਆ ਤੇ ਬੇਨਤੀ ਕਰਨ ਲੱਗੇ, ਗਰੀਬ ਨਿਵਾਜ, ਅਸੀਂ ਇਹ ਮਾਇਆ ਹੁਣ ਨਹੀਂ ਲੈ ਕੇ ਜਾਣੀ, ਇਹ ਤੁਹਾਡੇ ਨਿਮਿਤ ਲੈ ਕੇ ਆਏ ਹਾਂ, ਵਾਪਸ ਨਹੀਂ ਲੈ ਕੇ ਜਾਵਾਂਗੇ। ਬਾਬਾ ਜੀ ਨੇ 2 ਵਾਰ ਫਿਰ ਬਚਨ ਕੀਤਾ, ਅਸੀਂ ਕੀ ਕਰਨੀ ਹੈ, ਪਰ ਉਹ ਡਰੇ ਹੋਏ ਸਨ। ਨਹੀਂ ਮਹਾਰਾਜ, ਅਸੀਂ ਨਹੀਂ ਲੈਣੇ, ਸੇਠਾਣੀ ਨੇ ਕਿਹਾ। ਬਾਬਾ ਜੀ ਨੇ ਫਰਮਾਇਆ, ਚੰਗਾ, ਫਿਰ ਜੇ ਨਹੀਂ ਲੈ ਕੇ ਜਾਣੇ ਤਾਂ ਪੁੱਜੋ ਮੰਡੀ ਪੋਲੀ ਵਾਲੇ ਸੇਠ ਨੂੰ ਦੇ ਦਿਓ। ਨਾਨਕ ਚੰਦ ਦੇ ਪੈਸੇ ਚੁੱਕ ਕੇ ਪੋਲੀ ਵਾਲੇ ਸੇਠ ਨੂੰ ਦੇ ਆਇਆ।
ਇਸ ਰਕਮ ਨਾਲ ਉਹਦਾ ਕੰਮ ਚੱਲ ਪਿਆ। ਬਾਬਾ ਜੀ ਨੇ ਪੁੱਲੀ ਵਾਲਿਆਂ ਨੂੰ ਪੈਸੇ ਦੇਣ ਲਈ ਇਸ ਲਈ ਤਾਕੀਦ ਕੀਤੀ ਕਿਉਂਕਿ ਉਹ ਬਾਬਾ ਜੀ ਦੇ ਖਾਣ ਲਈ ਵਧੀਆ ਸਾਫ਼ ਸੁਥਰੇ ਮਤੀਰੇ ਤਰਬੂਜ ਲਿਆ ਕੇ ਦਿੰਦੇ ਸਨ। ਨਿਤਨੇਮ ਦੀ ਤਰ੍ਹਾਂ ਹੀ ਤਰਬੂਜਾਂ ਦੀ ਰੁੱਤ ਵਿੱਚ ਤਰਬੂਜ ਲਿਆ ਕੇ ਦਿੰਦੇ ਸਨ। ਇਸ ਤਰ੍ਹਾਂ ਇਹ ਬਚਨ ਪ੍ਰਤੱਖ ਹੋਇਆ। ਫਿਰ ਇਹ ਸੇਠ ਸ਼ਾਂਗਾ ਰਾਮ ਦੇ ਨਾਮ ਨਾਲ ਮਸ਼ਹੂਰ ਹੋਇਆ। ਬਾਬਾ ਜੀ ਕੋਲ ਨਾਮ ਦੀ ਤੋਪ ਸੀ। 5 ਵਿਕਾਰਾਂ ਨੇ ਹਮੇਸ਼ਾ ਹੀ ਜ਼ਿੰਦਗੀ ਨੂੰ ਇਨਸਾਨੀਅਤ, ਇਖਲਾਕ, ਜਮੀਲ, ਸ੍ਰੇਸ਼ਟ ਬੁੱਧੀ, ਈਮਾਨ, ਨੇਕ ਨੀਅਤੀ ਤੋਂ ਦੂਰ ਕਰਕੇ ਖੁਦਗਰਜੀ ਦਿੱਤੀ ਹੈ। ਬੁਰੀ ਆਦਤ ਜ਼ਿੰਦਗੀ ਦੇ ਸਫ਼ਰ ਵਿੱਚ ਅਣਸਹੇੜੇ ਦੁੱਖਾਂ ਨੂੰ ਦਰਵਾਜ਼ੇ ਲਿਆ ਨਜ਼ਰ ਕਰਦੀ ਹੈ। ਆਦਤਾਂ ਤੋਂ ਬੇਬਸ ਇਨਸਾਨ ਦੁੱਖਾਂ ਦੀਆਂ ਜੜ੍ਹਾਂ ਵਿੱਚ ਹੋਰ ਗਹਿਰਾਈ ਵਿੱਚ ਪਾ ਕੇ ਪਤਾਲ ਵਿੱਚ ਲਾ ਲੈਂਦਾ ਹੈ, ਕਿਉਂਕਿ ਇੱਕ ਝੂਠ ਨੂੰ ਛੁਪਾਉਣ ਲਈ ਹੋਰ ਝੂਠ ਦਾ ਸਹਾਰਾ ਲੈਣਾ ਇਨਸਾਨੀ ਮਨ ਦੀ ਕਮਜ਼ੋਰੀ ਹੈ। ਕੁਕਰਮਾਂ ਕਰਕੇ ਬੁਰਾਈਆਂ ਦੀ ਅੱਗ ਵਿੱਚ ਡਿੱਗਿਆ ਪਸ਼ਚਾਤਾਪ ਰੂਪੀ ਧੂਏ ਦਾ ਸਹਾਰਾ ਲੈ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੋਇਆ ਬਾਹਰ ਨਹੀਂ ਨਿਕਲ ਸਕਦਾ ਤੇ ਆਖਰ ਸੜ ਕੇ ਸੁਆਹ ਦਾ ਢੇਰ ਬਣ ਜਾਂਦਾ ਹੈ। ਸ਼ੈਤਾਨ ਮਨ ਹਮੇਸ਼ਾ ਬੁਰਾਈਆਂ ਦੀਆਂ ਗੁੱਥੀਆਂ ਗੁੰਦਦਾ ਰਹਿੰਦਾ ਹੈ। ਬਦਨਾਮੀ ਉਹਦੀ ਰੂਹ ਦੀ ਖੁਰਾਕ ਬਣ ਕੇ ਸਰਬੱਤ ਦੇ ਭਲੇ ਤੋਂ ਦੂਰ ਰੱਖਦੀ ਹੈ। ਇਹੋ ਜਿਹੇ ਇਨਸਾਨ ਨਾਲ ਟੁਕਦਾ ਹੈ ਇਹ ਪ੍ਰਸੰਗ। ਇੱਕ ਦਿਨ ਸ਼੍ਰੀ ਬਾਬਾ ਜੀ ਮਹਾਹਰਨਾਮ ਸਿੰਘ ਜੀ ਮਹਾਰਾਜ ਆਪਣੇ ਸਾਈਂ ਦੇ ਰੰਗ ਵਿੱਚ ਰਤੇ ਚਰਨ ਕਮਲ ਕੀ ਮੌਜ ਮੈਂ ਮਸਤ ਬੈਠੇ ਸਨ। ਜਲਾਲ ਅਤੇ ਜਮਾਲ ਦੋਹਾਂ ਦੀ ਇੱਕੋ ਰੂਪ ਵਿੱਚ ਇੱਕ ਹੀ ਸਮੇਂ ਝਲਕ ਵੱਜ ਰਹੀ ਸੀ। ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਦੇ ਦਰਸ਼ਨ ਹੋ ਰਹੇ ਸਨ। ਸਾਧ ਰੂਪ ਆਪਣਾ ਤਨ ਤਾਰਿਆ। ਪਹਿਰੇਦਾਰਾਂ ਨੇ ਹੇਠਾਂ ਤੋਂ ਆਵਾਜ਼ ਦਿੱਤੀ, ਹਜੂਰ ਇੱਕ ਚਿੱਠੀ ਆਈ ਹੈ। ਹੁਕਮ ਹੋਇਆ, ਚਿੱਠੀ ਅਤੇ ਚਿੱਠੀ ਲਿਆਉਣ ਵਾਲੇ ਨੂੰ ਹਾਜ਼ਰ ਕਰੋ। ਚਿੱਠੀ ਦੇਣ ਵਾਲਾ ਉੱਪਰ ਚਿੱਠੀ ਦੇ ਕੇ ਨਮਸਕਾਰ ਕਰਕੇ ਵਾਪਸ ਚਲਾ ਗਿਆ। ਹੁਕਮ ਅਨੁਸਾਰ ਚਿੱਠੀ ਪੜ੍ਹੀ ਗਈ। ਚਿੱਠੀ ਜੈਤੋਂ ਜ਼ਿਲ੍ਹਾ ਫਰੀਦਕੋਟ ਤੋਂ ਆਈ ਸੀ। ਜੈਲਦਾਰ ਨੇ ਲਿਖਿਆ ਸੀ, ਗਰੀਬ ਨਿਵਾਜ, ਮੇਰੇ ਕੋਲ ਸਰਕਾਰੀ ਬੰਦੇ ਆ ਕੇ ਦੱਸਦੇ ਹਨ ਕਿ ਪੁੱਚੋ ਵਾਲੇ ਸੰਤ ਉੱਪਰ ਸਰਕਾਰ ਸ਼ੱਕ ਕਰਦੀ ਹੈ ਕਿ ਇਹਨਾਂ ਕੋਲ ਚੋਰ ਡਾਕੂ ਆਉਂਦੇ ਹਨ ਤੇ ਰਹਿੰਦੇ ਵੀ ਹਨ। ਆਪ ਜੀ ਪਾਸ ਇੱਕ ਤੋਪ ਵੀ ਦੱਸਦੇ ਹਨ। ਜਦ ਤੱਕ ਮੇਰੇ ਵੱਸ ਦੀ ਗੱਲ ਸੀ ਮੈਂ ਆਪ ਤੱਕ ਪਹੁੰਚਣ ਨਹੀਂ ਦਿੱਤੀ, ਪਰ ਹੁਣ ਮੇਰੇ ਵੱਸ ਤੋਂ ਬੇਵੱਸ ਹੋ ਗਈ ਹੈ। ਛੋਟੇ ਅਫਸਰਾਂ ਦੀ ਤਸੱਲੀ ਮੈਂ ਆਪ ਹੀ ਕਰਵਾ ਦਿੰਦਾ ਸਾਂ, ਪਰ ਹੁਣ ਤੁਸੀਂ ਅੰਤਰਜਾਮੀ ਹੋ, ਦੁਨੀਆ ਦੇ ਸੰਕਟ ਟਾਲਦੇ ਹੋ, ਆਪਣੇ ਤਾਂ ਨਿਵਾਰਣੇ ਹੀ ਆਪ ਹਨ। ਹੋ ਸਕਦਾ ਹੈ ਕਿ ਆਪ ਦੇ ਅਸਥਾਨ ਦੀ ਤਲਾਸ਼ੀ ਹੋਵੇ। ਸਰਕਾਰ ਆਪ ਜੀ ਨੂੰ ਸ਼ੱਕ ਦੇ ਬਿਨਾਂ ਤੇ ਗ੍ਰਿਫਤਾਰ ਕਰਨ ਦੀ ਵਿਚਾਰ ਰੱਖਦੀ ਹੈ। ਤੁਸੀਂ ਸਮਰੱਥ ਸ਼ਕਤੀਵਾਨ ਹੋ, ਆਪਣੀ ਕਲਾ ਵਰਤਾ ਕੇ ਇਹ ਸਭ ਕੁਝ ਟਾਲਣ ਦੀ ਖੇਚਲ ਕਰਨੀ। ਗਰੀਬ ਨਿਵਾਜ, ਮੈਂ ਆਪਣਾ ਫਰਜ਼ ਪੂਰਾ ਕੀਤਾ ਹੈ, ਗਲਤੀ ਹੋਵੇ ਤਾਂ ਮਾफ़ ਕਰਨਾ। ਆਪ ਜੀ ਦਾ ਸੇਵਕ ਜੈਲਦਾਰ ਸਿੰਘ। ਬਾਬਾ ਜੀ ਚਿੱਠੀ ਸੁਣ ਕੇ ਚੁੱਪ ਕਰ ਰਹੇ। 3 ਦਿਨਾਂ ਬਾਅਦ ਬਠਿੰਡੇ ਦੇ ਸਾਰੇ ਜੈਲਦਾਰਾਂ ਨੂੰ ਇਕੱਠੇ ਹੋਣ ਦਾ ਹੁਕਮ ਹੋਇਆ। ਉਸ ਥਾਂ ਫਿਰੋਜ਼ਪੁਰ ਤੋਂ ਐਸਪੀ ਪੁਲਿਸ, SDM, DSP ਤੇ ਹੋਰ ਪੁਲਿਸ ਫੋਰਸ ਵੀ ਪੁੱਚੋ ਮੰਡੀ ਪਹੁੰਚ ਗਏ। ਉਸੇ ਜਗ੍ਹਾ ਹੀ ਮਹਾਰਾਜਾ ਪਟਿਆਲਾ ਤੇ ਫਰੀਦਕੋਟ ਵੀ ਪਹੁੰਚ ਗਏ। ਸਾਰਿਆਂ ਵਿੱਚ ਗੱਲਬਾਤ ਹੋਈ ਤਾਂ ਸਭ ਨੇ ਬਾਬਾ ਜੀ ਬਾਰੇ ਸਤਿਕਾਰ ਤੇ ਸਿਫਤਾਂ ਕੀਤੀਆਂ। ਸੰਗਤ ਤੋਂ ਉਸ ਤੇ ਸੁਣ ਕੇ SDM ਅੰਗਰੇਜ਼ ਨੇ ਕਿਹਾ, ਹੋਰ ਸਭ ਸਾਨੂੰ ਠੀਕ ਠਾਕ ਲੱਗਿਆ ਹੈ, ਪਰ ਤੋਪ ਦੀ ਤਸੱਲੀ ਕਰਵਾ ਦਿਓ, ਤਲਾਸ਼ੀ ਅਸੀਂ ਜ਼ਰੂਰ ਲਵਾਂਗੇ। ਇਹ ਦੇਖਣ ਲਈ ਕਿ ਬਾਬਾ ਜੀ ਪਾਸ ਕਿਹੜੀ ਤੋਪ ਹੈ, ਸਾਰੀ ਸੰਗਤ ਬਾਬਾ ਜੀ ਦੇ ਵੱਲ ਚੱਲ ਪਈ। ਕੁਝ ਨੇ ਪਹਿਲਾਂ ਜਾ ਕੇ ਬਾਬਾ ਜੀ ਨੂੰ ਬੇਨਤੀ ਕਰ ਦਿੱਤੀ, ਗਰੀਬ ਨਿਵਾਜ ਡੇਰੇ ਦੀ ਤਲਾਸ਼ੀ ਲੈਣ ਆ ਰਹੇ ਹਨ। ਇਹ ਸੁਣ ਕੇ ਆਪ ਜੀ ਨੇ ਬਚਨ ਕੀਤਾ, ਜਿਹੜਾ ਡੇਰੇ ਦੀ ਹੱਦ ਵਿੱਚ ਆਇਆ ਸੁੱਕਾ ਨਹੀਂ ਜਾਏਗਾ। ਇਸ ਤੋਂ ਉਪਰੰਤ ਬਚਨ ਕੀਤਾ, ਉਹ ਤਾਂ ਆਪਣੇ ਆਪ ਹੀ ਸਭ ਕੁਝ ਦੇਖ ਰਿਹਾ ਹੈ। ਉਹ ਸਾਹਮਣੇ ਦੂਰਬੀਨ ਲਾ ਕੇ ਦੇਖ ਰਿਹਾ ਹੈ, ਸਾਡੇ ਉੱਪਰ ਰੌਸ਼ਨੀ ਪੈ ਰਹੀ ਹੈ। ਅੰਗਰੇਜ਼ ਅਫਸਰ ਨੇ ਦੂਰਬੀਨ ਲਾ ਕੇ ਦੇਖ ਕੇ ਕਿਹਾ, ਮੈਨੂੰ ਸਭ ਕੁਝ ਨਜ਼ਰ ਆ ਰਿਹਾ ਹੈ। ਮਹਾਂਪੁਰਖਾਂ ਬਾਰੇ ਕਿਸੇ ਨੇ ਝੂਠੀ ਸ਼ਿਕਾਇਤ ਕੀਤੀ ਹੈ। ਜੈਲਦਾਰ ਜੈਤੋਂ ਵਾਲੇ ਨੇ SP ਨੂੰ ਦੱਸਿਆ, ਬਾਬਾ ਜੀ ਨੇ ਮੈਨੂੰ ਤੋਪ ਬਾਰੇ ਇਸ ਤਰ੍ਹਾਂ ਸਮਝਾਇਆ ਹੈ ਕਿ ਸਾਡੀ ਕੋਠੜੀ ਵਿੱਚ ਆਸਣ ਕੋਲ ਇੱਕ ਸੁਰਾਖ ਮੋਰੀ ਕੰਧ ਵਿੱਚ ਹੈ। ਅੰਦਰੋਂ ਅਸੀਂ ਜੋ ਬਚਨ ਕਰਦੇ ਹਾਂ ਉਹ ਬਾਹਰ ਇਸ ਮੋਰੀ ਰਾਹੀਂ ਸੁਣਾਈ ਦਿੰਦਾ ਹੈ। ਲੋਕਾਂ ਵਿੱਚ ਇਹ ਚਰਚਾ ਹੈ ਕਿ ਅਸੀਂ ਜੋ ਬਚਨ ਮੋਰੀ ਵਿੱਚੋਂ ਕਰਦੇ ਹਾਂ ਤੋਪ ਦੇ ਗੋਲੇ ਸਮਾਨ ਲੱਗਦਾ ਹੈ, ਪੂਰਾ ਹੋ ਜਾਂਦਾ ਹੈ। ਇਹੀ ਸਾਡੀ ਤੋਪ ਹੈ। ਇਹ ਸਾਰੀ ਗੱਲ ਸੁਣ ਕੇ ਅੰਗਰੇਜ਼ SP ਸੰਗਤਾਂ ਸਮੇਤ ਬਾਬਾ ਜੀ ਪਾਸੋਂ ਮਾफ़ੀ ਮੰਗਣ ਆਇਆ।
ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਮੈਂ ਉਹਨਾਂ ਨੂੰ ਸਜ਼ਾ ਦਿਵਾਵਾਂਗਾ ਜਿਨ੍ਹਾਂ ਨੇ ਚੁਗਲੀ ਕੀਤੀ ਹੈ। ਬਾਬਾ ਜੀ ਨੇ ਬਚਨ ਕੀਤਾ, ਤੂੰ ਉਹਨਾਂ ਨੂੰ ਕੀ ਸਜ਼ਾ ਦੇਵੇਂਗਾ? ਅਕਾਲ ਪੁਰਖ ਸਜ਼ਾ ਦੇਵੇਗਾ, ਉਹਨਾਂ ਦੀਆਂ ਜੜ੍ਹਾਂ ਪੁੱਟੇਗਾ। ਇਸ ਤੋਂ ਉਪਰੰਤ ਅੰਗਰੇਜ਼ ਅਫਸਰ ਤੇ ਸੰਗਤਾਂ ਆਗਿਆ ਲੈ ਕੇ ਚਲੀਆਂ ਗਈਆਂ। ਜਦ ਚੁਗਲੀ ਵਾਲਿਆਂ ਨੂੰ ਪਤਾ ਲੱਗਾ, ਉਹਨਾਂ ਨੇ ਆ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਮਾਫੀ ਮੰਗਣ ਲੱਗੇ। ਪਰ ਬਾਬਾ ਜੀ ਨੇ ਬਚਨ ਕੀਤਾ, ਤੁਸੀਂ ਗੁਰੂ ਨਾਨਕ ਦੇ ਘਰ ਦੀ ਚੁਗਲੀ ਕੀਤੀ ਹੈ, ਨੇੜੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੱਕਰਾਂ ਵਿੱਚ ਪਾਈ ਰੱਖਿਆ ਹੈ, ਇਸ ਕਰਕੇ ਜੜ੍ਹਾਂ ਜ਼ਰੂਰ ਪੁੱਟੀਆਂ ਜਾਣਗੀਆਂ। ਅੰਤ ਵਿੱਚ ਇਹ ਬਚਨ ਸੱਚ ਹੋਇਆ, ਉਹਨਾਂ ਦਾ ਕੋਈ ਵੀ ਨਾ ਬਚ ਸਕਿਆ। ਫਿਰ ਅੰਗਰੇਜ਼ ਅਫਸਰ ਬਾਬਾ ਜੀ ਦੇ ਦਰਸ਼ਨਾਂ ਲਈ ਆਉਂਦਾ ਰਹਿੰਦਾ ਸੀ। ਇੱਕ ਦਿਨ ਇਹਨੇ ਬੇਨਤੀ ਕੀਤੀ, ਮਹਾਰਾਜ ਗੁਰੂ ਨਾਨਕ ਦੇ ਘਰ ਵਿੱਚ ਵੱਡੀਆਂ ਬਰਕਤਾਂ ਹਨ, ਕੁਝ ਬਚਨ ਸੁਣਾਓ। ਮਹਾਰਾਜ ਬਾਬਾ ਜੀ ਨੇ ਬਚਨ ਕੀਤਾ, ਐਸਪੀ ਕੁਝ ਸਮੇਂ ਨੂੰ ਅੰਗਰੇਜ਼ਾਂ ਨਾਲ ਸਿੰਘਾਂ ਦੀ ਟੱਕਰ ਹੋਏਗੀ, ਬਹੁਤ ਖੂਨ ਖਰਾਬਾ ਹੋਏਗਾ। ਇਹ ਇਸ਼ਾਰਾ ਗੁਰਦੁਆਰਾ ਲਹਿਰ ਵੱਲ ਸੀ। ਐਸਪੀ ਨੇ ਡਰ ਨਾਲ ਹੱਥ ਜੋੜ ਲਏ। ਫਿਰ ਬਚਨ ਕੀਤਾ, ਗੁਰਦੁਆਰਿਆਂ ਤੋਂ ਇਹ ਲੜਾਈ ਸ਼ੁਰੂ ਹੋਵੇਗੀ, ਫਤਿਹ ਗੁਰੂ ਘਰ ਦੀ ਹੋਏਗੀ ਤੇ ਬਾਅਦ ਵਿੱਚ ਇੱਕ ਯੁੱਧ ਹੋਏਗਾ। ਇਹ ਇਸ਼ਾਰਾ ਦੂਜੀ ਵੱਡੀ ਜੰਗ ਵੱਲ ਸੀ। ਅੰਗਰੇਜ਼ਾਂ ਦੀ ਬੁਰੀ ਹਾਲਤ ਹੋਏਗੀ ਤੇ ਇਹ ਚਲੇ ਜਾਣਗੇ। ਇਹ ਇਸ਼ਾਰਾ 1947 ਵੱਲ ਸੀ। ਇਹ ਬਚਨ ਅੱਜ ਤੋਂ 105 ਸਾਲ ਪਹਿਲਾਂ ਦਾ ਹੈ।